ਅਸੀਂ ਇਸ ਸਮੇਂ ਸੈਕਟਰ 25 ਦੀ ਜਿਹੜੀ ਕਲੋਨੀ ਹੈ ਚੰਡੀਗੜ੍ਹ ਉੱਥੇ ਖੜੇ ਆ। ਹੁਣ ਹੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਸਰਵੇ ਸ਼ੁਰੂ ਕੀਤਾ ਹੈ। ਸਰਵੇ ਹੈਗਾ ਕਿ 79 ਤੋਂ ਬਾਅਦ ਜਿੰਨੀਆਂ ਝੁੱਗੀ ਝੋਪੜੀ ਵਾਲੇ ਸੀਗੇ ਉਹਨਾਂ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿਰਾਏ ਤੇ ਬਣਾ ਕੇ ਮਕਾਨ ਦਿੱਤੇ ਸੀ ਜਾਂ ਪਲਾਟ ਦਿੱਤੇ ਸੀ, ਪਰ ਮੈਕਸਿਮਮ ਜਿਹੜੇ ਝੁੱਗੀ ਝੋਪੜੀ ਵਾਲੇ ਸੀ ਉਹਨਾਂ ਨੇ ਪਲਾਟ ਜਾਂ ਫਲੈਟ ਲੈ ਕੇ ਮਕਾਨ ਲੈ ਕੇ ਅੱਗੇ ਵੇਚ ਦਿੱਤੇ। ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਰਵੇ ਕਰ ਰਿਹਾ ਕਿ ਕਿੰਨੇ ਲੋਕਾਂ ਨੇ ਇਹ ਫਲੈਟ ਮਕਾਨ ਅੱਗੇ ਜੀਪੀਏ ਤੇ ਵੇਚ ਦਿੱਤੇ, ਜਦ ਕਿ ਉਹਨਾਂ ਕੋਲੇ ਵੇਚਣ ਦੇ ਕੋਈ ਰਾਈਟ ਨਹੀਂ ਸੀਗੇ, ਲੇਕਿਨ ਫਿਰ ਵੀ ਜੀਪੀਏ ਤੇ ਇਹ ਮਕਾਨ ਵਿਕ ਗਏ। ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਰਵੇ ਕਰ ਰਿਹਾ। ਪਰ ਕੱਲ ਚੰਡੀਗੜ੍ਹ ਬੀਜੇਪੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਅਰੁਣ ਸੂਦ, ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਦਾਅਵਾ ਕੀਤਾ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਨੇ ਵੀ ਜੀਪੀਏ ਤੇ ਮਕਾਨ ਖਰੀਦਿਆ ਉਹਨਾਂ ਨੂੰ ਰੈਗੂਲਾਈਜੇਸ਼ਨ ਕਰਨ ਜਾ ਰਿਹਾ। ਸਾਡੇ ਨਾਲ ਕੁਝ ਕਲੋਨੀ ਵਾਸੀ ਆ ਤੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਾਣਦੇ ਆ ਇਸ 'ਚ ਸੱਚਾਈ ਕੀ ਆ। ਪ੍ਰੇਮ ਗਰਗ ਜੀ ਸਾਡੇ ਨਾਲ ਆ। ਪ੍ਰੇਮ ਗਰਗ ਜੀ, ਤੁਸੀਂ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਸੀਨੀਅਰ ਲੀਡਰ ਹੋ, ਸੱਚਾਈ ਕੀ ਆ? सच्चाई ये है कि सारे कॉलोनी चंडीगढ़ ना कि सिर्फ इस कॉलोनी सारी चंडीगढ़ जिन्ने भी कॉलोनी ने ਉਹਦੇ ਚ पिछले 25 30 40 ਸਾਲਾਂ ਚ 70-80% ਜਿਹੜੇ ਪਲਾਟ ਹੈਗੇ ਜਾਂ ਘਰ ਹੈਗੇ ਉਹ ਵਿਕ ਚੁੱਕੇ ਨੇ, ਚਾਹੇ ਉਹਨੂੰ ਤੁਸੀਂ ਕਾਨੂੰਨੀ ਸਮਝ ਲਓ ਜਾਂ ਗੈਰ ਕਾਨੂੰਨੀ ਸਮਝ ਲਓ। ਲੇਕਿਨ ਕਿਉਂਕਿ ਇਹਦੇ ਟ੍ਰਾਂਸਫਰ ਦਾ ਕੋਈ ਪ੍ਰੋਵੀਜ਼ਨ ਨਹੀਂ ਸੀਗਾ, ਇਸ ਕਰਕੇ ਹੁਣ ਜਿਹੜਾ ਬੰਦਾ ਆਇਆ ਉਹਨੇ ਰਿਹਾ, ਉਹਦੇ ਬੱਚੇ ਹੋ ਗਏ, ਅੱਗੇ ਚਲੇ ਗਏ, ਬਾਹਰ ਚਲੇ ਗਏ, ਉਹ ਆਪਣਾ ਮਕਾਨ ਗਵਰਨਮੈਂਟ ਤੋਂ ਵਾਪਸ ਦੇ ਕੇ ਨਹੀਂ ਗਏ ਤੇ ਉਹਨੇ ਅੱਗੇ ਕਿਸੇ ਨਾ ਕਿਸੇ ਨੂੰ ਵੇਚਤਾ। ਤੇ ਉਦੋਂ ਤਾਂ ਜਾਂ ਤਾਂ ਗਵਰਨਮੈਂਟ ਉਦੋਂ ਰੋਕਦੀ 20 ਸਾਲ ਪਹਿਲਾਂ 25 ਸਾਲ ਪਹਿਲਾਂ ਰੋਕਦੀ ਕਿ ਇਹ ਕੰਮ ਗਲਤ ਕਰ ਰਹੇ ਹੋ, ਤੇ ਉਦੋਂ ਤਾਂ ਰੋਕਿਆ ਨਹੀਂ। ਹੁਣ ਜੇ ਤੁਸੀਂ ਬੰਦ ਕਰਦੇ ਹੋ, ਸੀਲ ਕਰਦੇ ਹੋ, ਉਹ ਬਿਲਕੁਲ ਗਲਤ ਹੈ। 12 ਮਈ ਨੂੰ ਮੇਰੇ ਧਿਆਨ ਹੈ ਕਿ 12 ਮਈ ਨੂੰ ਇਹਨਾਂ ਨੇ ਨੋਟਿਸ ਕੱਢੇ ਸੀਗੇ ਇਸ ਕਲੋਨੀ ਦੇ ਲੋਕਾਂ ਨੂੰ ਕਿ ਵੀ ਇਹ ਮਕਾਨ ਤੁਹਾਡੇ ਕਿਉਂ ਨਾ ਸੀਲ ਕੀਤੇ ਜਾਣ। ਤੇ ਸਾਡੇ ਪਾਰਸ਼ਦ ਪੂਨਮ ਹੈ, ਇਹਨਾਂ ਦੇ ਹਸਬੈਂਡ ਸੰਦੀਪ ਜੀ ਔਰ ਇਹਨੇ ਸਾਰੇ ਕਲੋਨੀ ਵਾਲਿਆਂ ਨੇ ਇੱਥੇ ਬਹੁਤ ਵੱਡਾ ਚੱਕਾ ਜਾਮ ਕੀਤਾ ਸੀਗਾ। ਤੇ ਉਦੋਂ ਫਿਰ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀਗਾ, ਸੰਯਮ ਗਰਗ ਜੀ ਸੀਗੇ, ਡੀਸੀ ਸਾਹਿਬ ਸੀਗੇ ਤੇ ਸਾਡੇ ਪਾਰਸ਼ਦ ਗਏ ਸੀਗੇ ਸਾਰੇ। ਅਸੀਂ ਉਹਨਾਂ ਨੂੰ ਇਹੀ ਸੁਝਾਅ ਦਿੱਤਾ ਸੀਗਾ ਕਿ ਤੁਸੀਂ ਜੀ ਹੁਣ ਇਹ ਪੋਸੀਬਲ ਨਹੀਂ ਕਿ ਤੁਸੀਂ 4000 ਲੋਕਾਂ ਨੂੰ ਘਰ ਤੋਂ ਬੇਘਰ ਕਰ ਦਿਓ, ਕਿਉਂਕਿ ਤੁਸੀਂ ਇਹਨੂੰ ਕੱਢੋਗੇ ਹੋਰਾਂ ਨੂੰ ਲੈ ਕੇ ਆਓਗੇ, ਗੱਲ ਤਾਂ ਉੱਥੇ ਆ ਗਈ ਨਾ। ਤੇ ਤੁਸੀਂ ਇਹਨਾਂ ਨੂੰ ਹੀ ਰੈਗੂਲਰ ਕਰ ਦਿਓ। ਤੇ ਉਹਦੇ 'ਚ ਅਸੀਂ ਇਹ ਸਲਾਹ ਦਿੱਤੀ ਕਿ ਤੁਸੀਂ ਇੱਕ ਸਰਵੇ ਕਰ ਲਓ, ਸਰਵੇ ਕਰਕੇ ਤੁਸੀਂ ਦੇਖ ਲਓ, ਜੇ ਤਾਂ 10-5 ਲੋਕਾਂ ਨੇ ਕੀਤਾ ਫਿਰ ਤਾਂ ਤੁਹਾਡੀ ਗੱਲ ਸਹੀ ਹੈ। ਜੇ 50% ਜਾਂ 70% ਜਾਂ 80% ਲੋਕ ਆਪਣੇ ਮਕਾਨ ਨੂੰ ਟ੍ਰਾਂਸਫਰ ਕਰਕੇ ਜਾ ਚੁੱਕੇ ਤਾਂ ਤੁਸੀਂ ਵੇਚ ਚੁੱਕੇ ਤਾਂ ਤੁਸੀਂ ਤੁਹਾਨੂੰ ਇੰਨੇ ਲੋਕਾਂ ਨੂੰ ਕੱਢ ਤਾਂ ਸਕਦੇ ਨਹੀਂ। ਤੁਸੀਂ ਉਸ ਦੇ ਵਾਸਤੇ ਕੋਈ ਇੱਕ ਪਾਲਿਸੀ ਲੈ ਕੇ ਆਓ ਜਿਹੜੀ ਹਿਊਮਨ ਪੋਲਿਸ ਹੋਵੇ ਔਰ ਉਹਨਾਂ ਨੂੰ ਰੈਗੂਲਰਾਈਜ਼ ਕਰ ਦਿਓ। ਦੇਖੋ, ਮਾਲਿਕਾਨਾ ਹੱਕ ਜਿਹੜੇ ਬੀਜੇਪੀ ਵਾਲੇ ਅਰੁਣ ਸੂਦ ਜੀ ਕਹਿ ਰਹੇ ਨੇ ਜਾਂ ਲੱਕੀ ਜੀ ਕਹਿ ਰਹੇ ਨੇ, ਇਹ ਬਿਲਕੁਲ ਝੂਠ ਹੈ। ਮਾਲਿਕਾਨਾ ਹੱਕ ਕਦੇ ਨਹੀਂ ਮਿਲ ਸਕਦੇ, ਕਿਉਂਕਿ ਜਿਹੜੇ ਹੈਗੇ ਕਿਰਾਏ ਦੇ ਮਕਾਨ ਹੈਗੇ, ਇਹਦੇ ਪ੍ਰੋਪਰਟੀ ਹੈਗੀ ਜਿਹੜੀ ਆਵਾਸ ਯੋਜਨਾ ਜਾਂ ਅਲੱਗ-ਅਲੱਗ ਰੀਹੈਬਿਲਿਟੇਸ਼ਨ ਸਕੀਮਾਂ ਦੇ ਅੰਡਰ ਮਿਲੀ ਹੋਈ ਹੈ, ਇਹਦਾ ਕਿਰਾਇਆ ਦਿੰਦੇ ਨੇ ਲੋਕ। ਤੇ ਉਸ ਤੋਂ ਮਾਲਿਕਾਨਾ ਹੱਕ ਵਾਸਤੇ ਪਾਰਲੀਮੈਂਟ ਦਾ ਐਕਟ ਬਣੇਗਾ। ਐਵੇਂ ਪਹਿਲਾਂ ਸੰਸਦ ਕਹਿ ਦਿੰਦੀ ਹੈ ਕਿ ਜੀ ਤੁਹਾਨੂੰ ਅਸੀਂ ਨੋਟੀਫਿਕੇਸ਼ਨ ਕਰਤੀ, ਤੁਸੀਂ ਦੇਖਿਆ ਹੋਊ 2017 'ਚ ਵੀ ਇਹ ਡਰਾਮਾ ਹੋਇਆ ਸੀਗਾ। ਹੁਣ ਫਿਰ ਇਹਦਾ ਕੋਈ ਮਾਲਿਕਾਨਾ ਹੱਕ ਨਹੀਂ ਤਾਂ ਕਿਸੇ ਕੱਲ ਗਵਰਨਰ ਨੇ ਇਹ ਨਹੀਂ ਕਿਹਾ ਸੀ ਕੋਈ ਮਾਲਿਕਾਨਾ ਹੱਕ ਦੇਵਾਂਗੇ। ਸਿਰਫ ਤੁਸੀਂ ਕੱਲ ਦੀ ਮੀਟਿੰਗ 'ਚ ਸੀਗੇ? ਨਹੀਂ ਅਸੀਂ, ਲੇਕਿਨ ਸਾਡਾ ਪਾਰਸ਼ਦ ਸੀਗਾ, ਢੀਂਗਰਾ ਜੀ ਸੀਗੇ, ਉਹਦੇ 'ਚ ਸਿਰਫ ਇਹ ਸੀਗਾ ਕਿ ਵੀ ਇਹਨਾਂ ਸਰਵੇ ਕਰੋ, ਸਰਵੇ ਕਰਕੇ ਦੇਖੋ ਕਿ ਬਹੁਤ ਜ਼ਿਆਦਾ ਲੋਕ ਜੇ ਟ੍ਰਾਂਸਫਰ ਕਰ ਚੁੱਕੇ ਤਾਂ ਉਹਨਾਂ ਵਾਸਤੇ ਇੱਕ ਪਾਲਿਸੀ ਬਣਾਓ ਔਰ ਉਸ ਪਾਲਿਸੀ ਦੇ ਤਹਿਤ ਇਹਨਾਂ ਨੂੰ ਰੈਗੂਲਰਾਈਜ਼ ਕਰ ਦਿਓ। ਜਿਹੜੇ ਬੰਦੇ ਇੱਥੇ ਬੈਠੇ ਨੇ, ਚਾਹੇ ਉਹ ਲੀਗਲ ਹੈ ਚਾਹੇ ਉਹ ਇਲੀਗਲ, ਉਹਨਾਂ ਨੂੰ ਸਭ ਨੂੰ ਰੈਗੂਲਰ ਕਰਕੇ ਇੱਕ ਮੁਸ਼ਤ ਉਹਨਾਂ ਤੋਂ ਜੋ ਵੀ ਏਰੀਆ ਹੈਗੇ ਉਹਦਾ ਕਿਰਾਇਆ ਲੈ ਕੇ, ਐਸੇ ਬਲਕਿ ਕੈਂਪ ਵੀ ਲਗਵਾਏ ਸੀਗੇ ਇੱਥੇ ਪਿੱਛੇ, ਡੀਸੀ ਸਾਹਿਬ ਨੇ ਕੈਂਪ ਵੀ ਲਗਾਇਆ ਸੀ ਕਿ ਜਿਨ੍ਹਾਂ ਨੇ ਪਿਛਲਾ ਕਿਰਾਇਆ ਨਹੀਂ ਦਿੱਤਾ ਉਹ ਕਿਰਾਇਆ ਅਪਡੇਟ ਕਰਕੇ ਫਿਰ ਉਹਨਾਂ ਦੇ ਨਾਮ ਤੇ ਜਿਹੜਾ ਹੈ ਰੈਗੂਲਰ ਕੀਤਾ ਜਾ। ਅੱਛਾ, ਸਰਵੇ ਦਾ ਵੀ ਵਿਰੋਧ ਕਰ ਰਹੇ ਨੇ ਕਲੋਨੀ ਵਾਸੀ, ਸਰਵੇ ਨਹੀਂ ਹੋਣ ਦੇ ਰਹੇ? ਨਹੀਂ ਬਿਲਕੁਲ, ਉਹਦੇ ਉਹੀ ਕਾਂਗਰਸ ਤੇ ਭਾਜਪਾ ਨੇ ਪਰਸੋਂ ਜਦੋਂ ਸਰਵੇ ਹੋਇਆ ਚੌਥੇ, ਉਦੋਂ ਉਹਨਾਂ ਕਿਤੇ ਬੜਾ ਡਰਾਮਾ ਕੀਤਾ। ਲੇਕਿਨ ਸਰਵੇ ਤਾਂ ਇਸੇ ਵਾਸਤੇ, ਜੇ ਸਰਵੇ ਨਹੀਂ ਹੋਗਾ ਫਿਰ ਪਤਾ ਕਿਵੇਂ ਲੱਗੂ ਕਿੰਨੇ ਲੋਕ ਰਹਿ ਰਹੇ ਨੇ। ਸਰਵੇ ਹੋਊਗਾ ਉਸ ਤੋਂ ਬਾਅਦ ਪਾਲਿਸੀ, ਇਹ ਤਾਂ ਹੋ ਨਹੀਂ ਸਕਦਾ ਇਹਨਾਂ ਸਾਰਿਆਂ ਨੂੰ ਕੱਢ ਕੇ ਬਾਹਰ ਕੱਢ ਦੇਣਗੇ। ਤੇ ਸਰਵੇ ਹੋਏਗਾ, ਸਰਵੇ ਤੋਂ ਬਾਅਦ ਹੀ ਇਹ ਪਾਲਿਸੀ ਬਣੇਗੀ ਕਿ ਵੀ ਕੀ ਫੀਸ ਲਈ ਜਾਵੇ, ਕੀ ਡਾਕੂਮੈਂਟ ਲਏ ਜਾਣ, ਆਧਾਰ ਕਾਰਡ ਲਿਆ ਜਾਵੇ, ਵੋਟਰ ਕਾਰਡ ਲਿਆ ਜਾਵੇ, ਕੀ ਕੀਤਾ ਜਾਵੇ। ਡਾਕਟਰ ਸਾਹਿਬ, ਤੁਹਾਨੂੰ ਇਹ ਨਹੀਂ ਲੱਗਦਾ ਵੀ ਇਲੈਕਸ਼ਨ, ਲੋਕ ਸਭਾ ਦੇ ਇਲੈਕਸ਼ਨ ਜਿਹੜੇ ਆ ਸਿਰ ਤੇ ਹੈਗੇ ਆ ਤੇ ਇਸ ਕਰਕੇ ਇਹ ਸਾਰੀ ਜਿਹੜੀ ਆ ਪ੍ਰਕਿਰਿਆ ਹੈਗੀ ਆ ਸ਼ੁਰੂ ਕੀਤੀ ਗਈ ਹੈ ਤਾਂ ਕਿ ਵੋਟ ਜਿਹੜੇ ਆ ਇੱਕੋ ਖਾਤੇ 'ਚ ਜਿਹੜੇ ਆ ਉਹ ਪਵਾਏ ਜਾ ਸਕਣ? ਇਹ ਜਿਹੜਾ ਕੱਲ ਡਰਾਮਾ ਬੀਜੇਪੀ ਨੇ ਕੀਤਾ ਹੈ ਉਹ ਸਿਰਫ ਵੋਟ ਬੈਂਕ ਦਾ ਕੀਤਾ, ਮਾਲਿਕਾਨਾ ਹੱਕ ਅਸੀਂ ਦਿਲਵਾਤੇ, ਉਹਨਾਂ ਕੱਲ ਹਾਰ ਪਹਿਨਾ ਕੇ ਬੜਾ ਕੁਝ, ਉਹ ਸਾਰਾ ਡਰਾਮਾ ਹੈ। ਸਿਰਫ ਇਹ ਸਰਵੇ ਜਿਹੜਾ ਸਾਡੇ ਡੀਸੀ ਸਾਹਿਬ ਨੂੰ ਪੁੱਛ ਸਕਦੇ ਹੋ, ਡੀਸੀ ਸਾਹਿਬ ਨੇ ਬੜਾ ਅੱਛਾ ਸਟੈਪ ਲਿਆ ਹੈ। ਮੈਂ ਉਹਨਾਂ ਦੀ ਪ੍ਰੇਜ਼ ਕਰੂੰਗਾ ਕਿ ਉਹਨੇ ਬੜਾ ਅੱਛਾ ਸਟੈਪ ਲਿਆ ਕਿ ਸਰਵੇ ਹੋ ਗਿਆ, ਉਹਨੂੰ ਇੱਕ ਡਾਟਾ ਮਿਲ ਜਾਏਗਾ
ਕਿ ਕਿੰਨੇ ਲੋਕ ਕਿਸ ਤਰ੍ਹਾਂ ਰਹੇ ਨੇ, ਉਸ ਤੋਂ ਬਾਅਦ ਉਹ ਪਾਲਿਸੀ ਬਣਾਉਣਗੇ। ਪਹਿਲਾਂ ਵੀ ਸਰਵੇ ਹੁੰਦੇ ਰਹੇ ਨੇ 2017 ਚ 16 ਚ 15 ਚ ਹਰ ਸਰਵੇ ਹੋਏ ਨੇ, ਹਰ ਉਸ ਤੋਂ ਬਾਅਦ ਇਹ ਪਾਲਿਸੀ ਮੈਂ ਬਣਦੀ ਤੁਸੀਂ ਇਸ ਹੱਕ 'ਚੋਂ ਵੀ ਲੋਕੀ ਆਪਣਾ ਸਰਵੇ ਕਰਾਉਣ। ਸਰਵੇ ਕਰਕੇ ਉਹਦਾ ਪੂਰਾ ਇੱਕ ਡਾਟਾ ਬਣੇ, ਉਹਦਾ ਜਿਹੜੇ ਵੀ ਬੰਦੇ ਉਸ ਦਿਨ, ਜਿਵੇਂ ਵੈਂਡਰ ਦਾ ਵੀ ਸਰਵੇ ਹੁੰਦਾ ਹੈ, ਸਰਵੇ ਕੇ ਜਿਹੜੇ ਬੰਦੇ ਉਸ ਦਿਨ ਜਿਹੜੇ ਘਰ 'ਚ ਬੈਠੇ ਨੇ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਅਲੋਟਮੈਂਟ ਕੀਤੀ ਜਾਵੇ। ਸਾਡੇ ਨਾਲ ਇੱਥੇ ਦੇ ਕਾਉਂਸਲਰ ਹੈਗੇ ਆ ਮੈਡਮ ਪੂਨਮ, ਉਹਨਾਂ ਨਾਲ ਗੱਲਬਾਤ ਕਰਦੇ ਆ। ਮੈਡਮ ਤੁਸੀਂ ਕੀ ਮੰਨਦੇ ਹੋ, ਇਹ ਸਰਵੇ ਹੋਣਾ ਚਾਹੀਦਾ ਹੈ ਔਰ ਸਰਵੇ ਹੋ ਕੇ ਕੀ ਲੋਕਾਂ ਨੂੰ ਫਾਇਦਾ ਮਿਲੇਗਾ, ਕੀ ਲੱਗਦਾ ਤੁਹਾਨੂੰ, ਕੀ ਲੱਗਦਾ? नमस्कार जी। देखिए बिल्कुल सर्वे होने चाहिए, लेकिन जो ये भाजपा अपनी और कांग्रेस अपनी राजनीति कर रही है, हमारे जो लोग हैं भोले भाले, इनको बेवकूफ़ बना रही है। मेरे हिसाब से तो देखो कॉलोनी में सर्वे होने चाहिए, और ये 25 में नहीं हो रहे हैं, पूरे चंडीगढ़ में हो रहे हैं। क्योंकि हमने जब अपने डीसी साहब से जब हमारी मीटिंग हुई थी तो मैंने ये मुद्दा उठाया था कि हम कब तक ऐसे धक्के खाएंगे, कोई किराए पे रहता है, कोई बेच के चला जाता है, तो हमारे कॉलोनी में जो जितने भी लोग हैं या इस चीज़ के शिकार हो रहे हैं, क्योंकि उनके मालिकाना हक नहीं मिल रहा है। तो हमने मीटिंग के ज़रिए अपने डीसी साहब से बात की, उन्होंने कहा ठीक है, जितनी भी मेरी किस्तें पेंडिंग रहती हैं वो किस्तें मेरी पूरी हो जाए, उसके बाद हम देखेंगे जो डाटा निकलता है, उसके बाद हम इसका फैसला करेंगे भी इनको मालिकाना हक मिलेगा या नहीं मिलेगा, क्योंकि पॉलिसी जब ही बनेगी जब यहाँ के सर्वे होंगे। ਮੈਡਮ ਜਿੱਦਾਂ ਤੁਸੀਂ ਦੇਖਿਆ ਵੀ ਜੀਪੀਏ ਜਿਹੜੀ ਚੀਜ਼ ਮੇਰੀ ਸੀਗੀ ਨਹੀਂ ਉਹ ਵੀ ਮੈਂ ਵੇਚ ਦਿੱਤੀ। ਮੈਂ ਤਾਂ ਕਿਰਾਏ ਤੇ ਲਿੱਤੀ ਸੀ, ਐਡਮਿਨਿਸਟ੍ਰੇਸ਼ਨ ਨੂੰ ਮੈਂ ਕਿਰਾਇਆ ਦੇ ਰਿਹਾ ਸੀਗਾ, ਪਰ ਮੈਂ ਉਹ ਵੇਚ ਗਿਆ। ਹੁਣ ਜਿਹਨੇ ਖਰੀਦੀ ਆ ਉਹ ਕਿੱਦਾਂ ਮਾਲਿਕ ਹੋ ਸਕਦਾ? नहीं सर देखो, मालिक तो नहीं हो सकता। जिन्हें बेचा वो भी किसी मजबूरी च होना सर, जिस टाइम बेचा तो जिन्हों ने खरीदया चलो ਉਹਦੇ ਸਿਰ ਤੇ ਛੱਤ ਨਹੀਂ ਹੋਣੀ, ਉਹਨੇ ਆਪਣੀ ਮਜਬੂਰੀ 'ਚ ਖਰੀਦ ਲਿਆ। ਪਰ 10-10 15-15 ਸਾਲ ਤੋਂ ਜਿਹਨੇ ਮਕਾਨ ਖਰੀਦ ਲਏ ਆ ਤੇ ਹੁਣ ਉਹੀ ਮਕਾਨਾਂ ਦੇ ਪਹਿਲੇ ਓਨਰ ਆ ਕੇ ਉਹਨਾਂ ਤੇ ਕੇਸ ਪਵਾ ਕੇ ਉਹਨਾਂ ਨੂੰ ਲੋਕ ਕਰਾ ਰਹੇ ਆ। ਇਹਦੇ 'ਚ ਸਾਡੇ ਪਾਰਸ਼ਦ ਦਾ ਜਾਂ ਕਿਸੇ ਦਾ ਕੋਈ ਰੋਲ ਨਹੀਂ ਹੈ। ਠੀਕ ਹੈ ਜੀ, ਅਸੀਂ ਚਾਹੁੰਦੇ ਆ ਸਾਡੇ ਪਾਰਸ਼ਦ ਜੀ ਨੇ, ਪੂਨਮ ਜੀ ਨੇ ਇਹੀ ਵੀੜਾ ਉਠਾਇਆ ਕਿ ਵੀ ਜਿਨ੍ਹਾਂ ਨੇ ਖਰੀਦੇ ਹੋਏ ਮਕਾਨ ਹੈ ਉਹ ਮਕਾਨ ਹੁਣ ਜਿੱਦਾਂ ਲੋਕ ਲੱਗ ਰਹੇ ਹੈ, ਬੰਦੇ ਦਾ ਕਿੰਨਾ ਯਾਨੀ ਕਿ ਅਟੈਕ ਵੀ ਆ ਸਕਦਾ, ਪਤਾ ਨਹੀਂ ਕੀ ਹੋ ਸਕਦਾ ਹੈ। ਇਸ ਕਰਕੇ ਇਹਨਾਂ ਨੇ ਇਹ ਮੁੱਦਾ ਉਠਾਇਆ ਸੀ ਕਿ ਵੀ ਇੱਦਾਂ ਤਾਂ ਅੱਗੇ ਤੋਂ ਅੱਗੇ ਇਹ ਕਾਰਵਾਈ ਹੁੰਦੀ ਰਹੇਗੀ ਤੇ ਤਾਲੇ ਲੱਗਦੇ ਰਹਿਣਗੇ, ਕਿਉਂ ਨਾ ਵੀ ਇਸ ਚੀਜ਼ ਨੂੰ ਰੋਕਿਆ ਜਾਵੇ ਅਤੇ ਇਹਨਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਵੇ। ਇਹ ਕਾਰਵਾਈ ਸਾਡੀ ਪਾਰਸ਼ਦ ਜੀ ਨੇ ਹੁਣ ਸਾਡੇ ਨਾਲ ਇੱਥੇ ਕੁਝ ਹੋਰ ਲੋਕ ਵੀ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਤੁਹਾਡਾ ਕੀ ਮੰਨਣਾ ਹੈ ਵੀ ਜਦੋਂ ਮੈਂ ਮਾਲਿਕ ਹੀ ਨਹੀਂ ਹੈਗਾ ਔਰ ਮੈਂ ਅੱਗੇ ਵੇਚ ਦਿੱਤਾ, ਇਹ ਤਾਂ ਇੱਕ ਕ੍ਰਾਈਮ ਹੋਇਆ? ਤੁਹਾਨੂੰ ਨਹੀਂ ਲੱਗਦਾ ਵੀ ਇਹ ਕ੍ਰਾਈਮ ਹੈ, ਇਸ ਨੂੰ ਮਤਲਬ ਕਿ ਸਜ਼ਾ ਮਿਲਣੀ ਚਾਹੀਦੀ ਹੈ? ਤੁਸੀਂ ਉਲਟਾ ਉਹਨੂੰ ਕਹਿੰਦੇ ਹੋ ਵੀ ਮਾਲਕਾਨਾ ਹੱਕ ਦਿੱਤਾ ਜਾਣਾ ਚਾਹੀਦਾ? देखो सर, कोई भी अपनी छत को बेचना नहीं चाहता, लेकिन उसकी कुछ मजबूरियां होती हैं भाई, उसको शादी में जरूर ਚੋਰ ਦੀ ਵੀ ਮਜਬੂਰੀ ਹੁੰਦੀ ਆ, ਉਹਨੂੰ ਰੋਟੀ ਨਹੀਂ ਮਿਲ ਰਹੀ ਹੁੰਦੀ, ਉਹ ਤਾਂ ਚੋਰੀ ਕਰਦਾ, ਆਪਾਂ ਉਹਨੂੰ ਜੇਲ੍ਹ ਭੇਜਦੇ ਆ। तो उसी हिसाब से तो ये सारी चंडीगढ़ की सभी कॉलोनियाँ 70% बिकी हुई है। सभी कॉलोनियाँ, सेक्टर 25 की कॉलोनी नहीं, डड्डू माजरा की कॉलोनी है, राम दरबार की कॉलोनी है, 32 की कॉलोनी है, 38 की है, 37 की है, 15 की है, सभी बिकी हुई हैं जो मिली हुई हैं जो EWS के कोटे से। तो 70% बिक चुकी है। तो डीसी साहब ने ये बोला था कि मैं इतने लोगों को बेघर नहीं कर सकता, खास करके 25 सेक्टर के जो हमारे पार्षद हैं उन्होंने एक बीड़ा उठाया। 8 फरवरी को हम एडवाइज़र से मिले थे, 12 मई को डीसी साहब से मीटिंग हुई। डीसी साहब ने ये कहा था, फरवरी कहा, रिटर्न में लिख करके नहीं दिया था, कि मैं एक ऐसी पॉलिसी बनाऊंगा जिससे कि किसी का भी नुकसान ना हो। तो इस करके अभी ये सर्वे करवाए जा रहे थे, इसमें बीजेपी और कांग्रेस वाले ये मिलकर के ड्रामा कर रहे हैं। ये मेहनत तो आम आदमी पार्टी के हमारे काउंसलर की थी, उन्होंने ड्रामा करके उनके अफसरों के साथ बदसलूकी की और उनको यहाँ से बोला गया कि आप चले जाओ यहाँ से, ये बात करी। ਤੁਹਾਡਾ ਕੀ ਮੰਨਣਾ ਹੈ ਇਸ ਮਾਮਲੇ 'ਚ? देखिए जी, मैं तो सर्वे होने चाहिए कि नहीं होने चाहिए? सर्वे होना चाहिए जी। सर्वे होना चाहिए। तो क्या मालकाना जो हक है, मतलब कि आप पैसे देने को तैयार हो? अगर एडमिनिस्ट्रेशन किसी तरह की कोई फीस लगाती है, आपने जीपीए पे खरीदा हुआ है, आगे कोई फीस लगाती है तो आप फीस भरने को तैयार हो? जी हाँ जी, भरने को तैयार है। मैं ਆਪਾਂ ਨਿਕਲ ਕੇ ਇਹੀ ਰਿਜ਼ਲਟ ਆਂਦਾ ਵੀ ਫੀਸ ਜੋ ਵੀ ਟੋਕਨ ਮਨੀ ਹੋਏਗੀ ਉਹ ਐਡਮਿਨਿਸਟ੍ਰੇਸ਼ਨ ਲਏਗੀ, ਕਿਉਂਕਿ ਦੇਖੋ ਐਡਮਿਨਿਸਟ੍ਰੇਸ਼ਨ ਫ੍ਰੀ 'ਚ ਤਾਂ ਨਹੀਂ ਦੇਗੀ ਤੁਹਾਨੂੰ। ਜੇ ਕੋਈ ਦਿੰਦਾ, ਕੋਈ ਜੇ ਤੁਸੀਂ ਕੱਲ ਰਜਿਸਟਰੀਆਂ ਵੀ ਕਰਾਉਂਦੇ ਤਾਂ ਉਹਦਾ ਕੁਛ ਨਾ ਕੁਛ ਪੈਸਾ ਤਾਂ ਲੱਗਦਾ। ਤਾਂ ਅਸੀਂ ਇਹ ਸਲਾਹ ਦਿੱਤੀ ਕਿ ਇੱਕ ਟੋਕਨ ਮਨੀ ਲੱਗਾ ਕਿ ਜੋ ਵੀ ਕਲੈਕਟਰੇਟ ਦਾ 1% 2% ਜੋ ਵੀ ਕੁਝ ਵੀ ਹੈ ਉਹ ਕਰਕੇ ਤੁਸੀਂ ਇਹਨਾਂ ਤੋਂ ਲੈ ਕੇ ਇੱਕ ਮੁਕਤ ਲੈ ਕੇ ਔਰ ਪਿਛਲਾ ਕਿਰਾਇਆ ਪੂਰਾ ਕਰਕੇ ਤੁਸੀਂ ਇਹਨਾਂ ਦੇ ਨਾਮ ਤੇ ਅਲੋਟਮੈਂਟ ਕਰ ਦਿਓ।
ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿਉਂਕਿ ਦੂਜੇ ਪਾਸੇ ਜਿਹੜਾ ਮਿਡਲ ਕਲਾਸ ਜਿਹੜੀ ਫੈਮਲੀਜ਼ ਆ ਉਹਨਾਂ ਦਾ ਵਿਰੋਧ ਇਹ ਆ ਵੀ ਅਸੀਂ ਸਾਰੀ ਉਮਰ ਟੈਕਸ ਪੇ ਕਰਦੇ ਆ ਪਰ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਮਿਲਦੀ। ਪਰ ਇੱਕ ਪਾਸੇ ਜਿਹੜੇ ਬੰਦੇ ਆਲਰੇਡੀ ਪਹਿਲੇ ਝੁੱਗੀ ਝੋਪੜੀਆਂ ਪਾ ਕੇ ਇਨਲੀਗਲੀ ਬੈਠੇ ਸੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਰਹਿਣ ਲਈ ਮਕਾਨ ਦਿੱਤਾ, ਲੇਕਿਨ ਉਹ ਮਕਾਨ ਵੇਚ ਕੇ ਅੱਗੇ ਚਲੇ ਗਏ। ਇਹਨੂੰ ਉਹ ਕਹਿ ਰਿਹਾ ਵੀ ਇਹ ਗਲਤ ਗੱਲ ਹੈ। ਪਰ ਇੱਕ ਚੀਜ਼ ਦੱਸੋ, ਚੰਡੀਗੜ੍ਹ 'ਚ ਜਿੰਨੇ ਵੀ ਤੁਹਾਡੇ ਘਰਾਂ 'ਚ ਮੇਡ ਹੈਗੀ, ਤੁਹਾਡੇ ਨੌਕਰ ਹੈਗੇ, ਚਾਕਰ ਹੈਗੇ, ਉਹ ਸਾਰੇ ਇਹਨਾਂ ਕਲੋਨੀਆਂ ਤੋਂ ਜਾਂਦੇ। ਤੁਹਾਡਾ ਤਾਂ ਕੰਮ ਸਾਰਾ ਰੁਕ ਜੂ। ਜੇ ਇਹਨਾਂ ਤੋਂ ਕੱਢ ਕੇ ਵਾਪਸ ਭੇਜ ਦੋਗੇ ਤਾਂ ਤੁਹਾਡੇ ਘਰਾਂ ਦਾ ਕੰਮ ਕੌਣ ਕਰੂਗਾ? ਤੁਹਾਡੇ ਆਟੋ ਕੌਣ ਚਲਾਊਗਾ? ਤੁਹਾਡੇ ਟੈਕਸੀਆਂ ਕੌਣ ਚਲਾਊਗਾ? ਉਹ ਤਾਂ ਸਾਰੇ ਇਹਨਾਂ ਤਬਕੇ 'ਚ ਜਾਂਦੇ ਨਾ। ਇੱਥੇ ਜੇ ਤੁਸੀਂ ਸਾਰਿਆਂ ਨੂੰ ਕੱਢ ਦੋਗੇ ਤਾਂ ਤੁਹਾਡਾ ਚੰਡੀਗੜ੍ਹ ਠੱਪ ਹੋ ਜਾਊਗਾ। ਤੁਹਾਡਾ ਜਿੰਨਾ ਚੰਡੀਗੜ੍ਹ ਬਣਾਇਆ ਤਾਂ ਇਹਨਾਂ ਲੋਕਾਂ ਨੇ ਨਾ, ਤੇ ਇਹਨੂੰ ਤੁਸੀਂ ਕੱਢ ਕੇ ਕਿਵੇਂ ਕਰ ਲਓਗੇ? ਇਹਨੂੰ ਲੈ ਕੇ ਕੌਣ ਆਇਆ ਸੀਗਾ? ਚੰਡੀਗੜ੍ਹ ਜੋ ਬਣਿਆ ਸੀ ਉਹਦੇ ਆਏ ਸੀਗੇ ਨਾ ਲੋਕ, ਉਦੋਂ ਤਾਂ ਬੁਲਾਇਆ ਸੀ ਤੁਸੀਂ। ਹੁਣ ਤੁਸੀਂ ਕਹਿੰਦੇ ਇਹਨੂੰ ਕੱਢ ਦਿਓ। ਉਹ ਹੋਇਆ ਕੀ ਸਰ, ਉਸ ਤੋਂ ਬਾਅਦ ਇੱਕ ਭੇਡ ਚਾਲ ਚੱਲ ਪਈ। ਉਹ ਹੋਇਆ ਕਿ ਜਿਸ ਟਾਈਮ ਮਕਾਨ ਦੇਣੇ ਸ਼ੁਰੂ ਕੀਤੇ ਤਾਂ ਸਭ ਦੇ ਘਰ ਸਭ ਦੇ ਕੋਲੇ 20 25 ਲੱਖ ਖਾਣ ਲੱਗ ਗਿਆ। ਤਾਂ ਉਹ ਇੱਕ ਨਾ ਇੱਕ ਇਹ ਜਿੰਨੇ ਲੋਕ ਨੇ ਇਹ ਸਾਰੇ ਕੋਈ ਬੇਕਾਰ ਤੇ ਨਹੀਂ ਹੈਗੇ। ਸਾਰੇ ਚੰਡੀਗੜ੍ਹ ਦੇ ਕੰਟਰੀਬਿਊਸ਼ਨ ਕਰ ਰਹੇ, ਚੰਡੀਗੜ੍ਹ ਦੇ ਅਪਲਿਫਟਮੈਂਟ 'ਚ ਕੰਮ ਕਰ ਰਹੇ ਨੇ। क्यों जी तुम कोई काम करते हो ना, वो चंडीगढ़ में कितने कितने खड़ा कर रहे हैं ना। जो कागज मांग रही है मुकान है दिखाने में कोई दिक्कत नहीं है। चोर को नहीं दिखाएगा कागज ही, कोई पुलिस आ गड्डी रोकेगा। ये भी कागज मांगेंगे, चोरी तो ये भी पकड़े जाएंगे नहीं। वो ये जो है कि जो पार्टी दिखा रहे ये रैली काट रहे हैं, ये सारे चोर है। इन तक मुकान ये 2 नंबर पे ये इसका रैली काट रही है, मामले फंसे जाएंगे। आपका इसमें एक कारण है जी, जो लोग विरोध कर रहे हैं, कांग्रेस और बीजेपी के जो नेतागण हैं, उन्होंने जो खाली प्लाट पड़े हुए थे जिसने जो एडमिनिस्ट्रेशन ने किसी को लाट नहीं किए थे, और वो अपने नकली कागज बना करके यहाँ के गरीब लोगों को 2-2, 3-3 लाख रुपए में बेच रखे हैं। वही लोग विरोध कर रहे हैं इसका, और अभी ये कह रहे हैं कि आप सर्वे करवाओ। कम से कम भी 10-15 करोड़ रुपया का फ्रॉड है सेक्टर 25 के अंदर। ਜਿਹੜੀ ਗੱਲਬਾਤ ਨਿਕਲ ਕੇ ਆ ਰਹੀ ਹੈ, ਹਰ ਇੱਕ ਦਾ ਇਹ ਮੰਨਣਾ ਹੈ ਵੀ ਜਿਹੜਾ ਸਰਵੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕਰਾ ਰਿਹਾ ਉਹ ਕਰਾਇਆ ਜਾਣਾ ਚਾਹੀਦਾ ਹੈ, ਤਾਂ ਕਿ ਇਹ ਸਾਫ਼ ਹੋ ਸਕੇ ਵੀ ਕਿੰਨੇ ਲੋਕ ਆਪਣੇ ਓਰੀਜਨਲ ਲਾਟੀ ਹੈਗੇ ਆ ਜਾਂ ਜਿਹੜੇ ਕਿਰਾਇਆ ਭਰ ਰਹੇ ਆ, ਔਰ ਕਿੰਨੇ ਕੁ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ GPA ਤੇ ਅੱਗੇ ਮਕਾਨ ਵੇਚ ਦਿੱਤੇ। ਇੰਨੇ ਹੀ ਨਹੀਂ, ਕੁਝ ਫਰੋਡ ਵੀ ਹੋਏ ਆ, ਉਹ ਵੀ ਇਸ ਸਰਵੇ ਤੋਂ ਬਾਅਦ ਸਾਹਮਣੇ ਆਣਗੇ। ਔਰ ਆਮ ਆਦਮੀ ਪਾਰਟੀ ਦਾ ਮੰਨਣਾ ਹੈ ਇੱਕ ਸਰਵੇ ਤੋਂ ਬਾਅਦ ਇੱਕ ਪਾਲਿਸੀ ਲਿਆਂਦੀ ਜਾਵੇ, ਉਸ ਪਾਲਿਸੀ 'ਚ ਡਿਸਾਈਡ ਹੋਵੇ ਕਿ GPA ਹੋਲਡਰਾਂ ਦਾ ਕੀ ਕੀਤਾ ਜਾਣਾ ਚਾਹੀਦਾ, ਉਹਨਾਂ ਦੇ ਉੱਤੇ ਕੋਈ ਜੁਰਮਾਨਾ ਲੱਗਣਾ ਚਾਹੀਦਾ ਜਾਂ ਉਹਨਾਂ ਤੋਂ ਇੱਕ ਮੁਸ਼ਤ ਕੋਈ ਰਕਮ ਲੈ ਕੇ ਉਹਨਾਂ ਨੂੰ ਰੈਗੂਲਾਈਜ਼ ਕਰ ਦੇਣਾ ਚਾਹੀਦਾ। ਹੁਣ ਇਹ ਆਉਣ ਵਾਲਾ ਸਮੇਂ ਦੱਸੇਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਅਨਿਲ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ।